सत श्री अकाल जी सारिਆਂ ਨੂੰ ਫਤਿਹ ਐਡੂਕॉम ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਨਵਨੀਤ। ਸੋ ਅੱਜ ਆਪਾਂ ਡਿਸਕਸ ਕਰਾਂਗੇ ਸੋਲੂਸ਼ਨਸ ਮੌਕ ਟੈਸਟ 2 ਦੇ। ਸੋ ਮੌਕ ਟੈਸਟ ਮੈਂ ਪਾ ਦਿੱਤਾ ਸੀ ਟੈਲੀਗ੍ਰਾਮ ਦੇ ਉੱਤੇ। ਸੋ ਅੱਜ ਦਾ ਜਿਹੜਾ ਫਸਟ ਕੁਐਸਚਨ ਹੈਗਾ ਆ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਵਾਂ, ਮੌਕ ਟੈਸਟ ਦੇ ਵਿੱਚੋਂ ਤੁਸੀਂ ਦੇਖ ਲਿਆ ਰੀਸੈਂਟਲੀ ਜਿਹੜੇ ਆ ਪੀਪੀਐਸਸੀ ਦੇ ਤੇ ਜਿਹੜੇ PSSB ਦੇ ਕੁਝ ਪੇਪਰਸ ਨੇ ਉਹ ਉਠਾ ਕੇ ਦੇਖ ਲਿਓ, ਤੁਹਾਨੂੰ ਇਹਦੇ ਵਿੱਚੋਂ ਕਾਫੀ ਕੁਐਸਚਨਸ ਜਿਹੜੇ ਆ ਮਿਲ ਜਾਣਗੇ। ਕਿਉਂਕਿ ਮੈਂ ਤੁਹਾਨੂੰ ਅਗੇਨ ਕਹਿ ਰਹੀ ਹਾਂ ਕਿ ਬਹੁਤ ਇੰਪੋਰਟੈਂਟ ਕੁਐਸਚਨਸ ਜਿਹੜੇ ਬਣਦੇ ਨੇ ਮੈਕਸੀਮਮ ਤੋਂ ਮੈਕਸੀਮਮ ਟਰਾਈ ਕੀਤੇ ਕਿ ਕਵਰ ਹੋ ਜਾਣ। ਠੀਕ ਹੈ, ਸੋ 9 to 10 ਮੌਕ ਟੈਸਟ ਆਪਾਂ ਜਿਹੜੇ ਆ ਕਰੰਟ ਅਫੇਅਰਸ ਦੇ ਹੀ ਕਰਨੇ ਆ ਤੇ ਤੁਹਾਡੇ ਕਰੰਟ ਅਫੇਅਰਸ ਦੇ ਨੰਬਰ ਜਿਹੜੇ ਆ ਬਹੁਤ ਅੱਛੇ ਖਾਸੇ ਤੁਹਾਨੂੰ ਜਿਹੜੇ ਆ ਪੇਪਰ ਦੇ ਵਿੱਚ ਤੁਸੀਂ ਸਕੋਰ ਕਰ ਪਾਓਗੇ ਅਗਰ ਤੁਸੀਂ ਇਹ ਮੌਕ ਟੈਸਟ ਸੋਲਵ ਕਰ ਲੈਂਦੇ ਆ। ਸੋ ਫਰਸਟ ਕੁਐਸਚਨ ਹੈਗਾ ਰੀਸੈਂਟਲੀ ਇੰਟਰਨੈਸ਼ਨਲ ਕਾਨਫਰੰਸ ਔਨ ਸੋਇਲਸ ਹੈਲਡ ਇਨ। ਸੋ ਇਹ ਹੋਈ ਸੀਗੀ, ਇਹਦਾ ਆਪਸ਼ਨ ਹੈਗਾ ਆ ਸੀ ਮੋਰੋਕੋ ਦੇ ਵਿੱਚ। ਨੈਕਸਟ ਹੈਗਾ ਰੀਸੈਂਟਲੀ ਇੰਡੀਆ ਸਕਸੈਸਫੁਲੀ ਟੈਸਟ ਫਾਇਰਡ ਫਰਸਟ ਇੰਡੀਜੀਨਸ ਐਂਟੀ ਰੇਡੀਏਸ਼ਨ ਮਿਜ਼ਾਈਲ। ਸੋ ਇਹ ਜਿਹੜੀ ਹੈ ਇਹ ਇੰਡੀਆ ਨੇ ਹੁਣੇ ਹੀ ਟੈਸਟ ਕੀਤੀ ਹੈ, ਇਹਦਾ ਨਾਮ ਹੈਗਾ ਆ ਰੁਦਰਮ 1। ਸੋ ਇਹ ਆਪਸ਼ਨ ਹੈਗੀ ਹੈ ਡੀ। ਰੀਸੈਂਟਲੀ PPSC ਦੇ ਵਿੱਚ ਇੱਕ ਕੁਐਸਚਨ ਪੁੱਛਿਆ ਗਿਆ ਸੀਗਾ, ਉਹਨਾਂ ਨੇ ਕੁਛ ਜਿਹੜਾ ਆ ਮਿਜ਼ਾਈਲਸ ਦੇ ਨਾਮ ਲਿਖੇ ਹੋਏ ਸੀਗੇ, ਜਿੱਦਾਂ ਸ਼ੌਰਿਆ ਲਿਖਿਆ ਸੀ, ਨਾਗ ਲਿਖਿਆ ਸੀ, ਰੁਦਰਮ ਵੀ ਲਿਖਿਆ ਸੀ ਐਂਡ ਉਹਦੇ ਨੀਚੇ ਇਹਨਾਂ ਨੇ ਪੁੱਛਿਆ ਸੀਗਾ ਵੀ ਇਹ ਕੀ ਹੈ। ਠੀਕ ਹੈ, ਤੇ ਉਹਦੇ ਵਿੱਚ ਆਪਸ਼ਨ ਇਹਨਾਂ ਨੇ ਡਰੋਨ ਵੀ ਦਿੱਤੀ ਸੀ, ਅਨਮੈਨਡ ਏਰੀਅਲ ਵਹੀਕਲ ਦਿੱਤਾ ਹੋਇਆ ਸੀ, ਮਤਲਬ ਡਰੋਨ ਦੀ ਜਗ੍ਹਾ ਤੇ। ਦੈਨ ਉਸ ਤੋਂ ਇਲਾਵਾ ਮਿਜ਼ਾਈਲ ਦਿੱਤਾ ਸੀ, ਟੈਂਕ ਦਿੱਤਾ ਸੀਗਾ ਤੇ ਇੱਕ ਚੀਜ਼ ਹੋਰ ਦਿੱਤੀ ਸੀ ਉਹ ਮੈਂ ਭੁੱਲ ਗਈ। ਠੀਕ ਹੈ, ਸੋ ਇਸ ਤਰ੍ਹਾਂ ਵੀ ਤੁਹਾਨੂੰ ਘੁਮਾ ਕੇ ਜਿਹੜਾ ਕੁਐਸਚਨ ਹੈ ਪੁੱਛਿਆ ਜਾ ਸਕਦਾ ਆ। ਸੋ ਜੇ ਤੁਸੀਂ ਆਹ ਚੀਜ਼ਾਂ ਪੜ੍ਹੀਆਂ ਹੋਣ ਤਾਂ ਤੁਹਾਨੂੰ ਪਤਾ ਹੋਊਗਾ ਕਿ ਮਿਜ਼ਾਈਲ ਹੀ ਆ, ਹੈ ਨਾ। ਨੈਕਸਟ ਹੈ ਆਈਡੈਂਟੀਫਾਈ ਇਨਕਰੈਕਟ। ਹੁਣ ਇਸ ਕੁਐਸਚਨ ਦੇ ਵਿੱਚੋਂ ਆਪਾਂ ਇਨਕਰੈਕਟ ਆਈਡੈਂਟੀਫਾਈ ਕਰਨਾ ਹੈ। ਜੇਕਰ ਕੋਈ ਇਨਕਰੈਕਟ ਨਹੀਂ ਹੋਊਗਾ ਤੇ ਸਾਡਾ ਆਪਸ਼ਨ ਜਿਹੜਾ ਨਨ ਆਫ ਦਾ ਅਬਵ ਹੋਊਗਾ। ਸੋ ਇਹਦੇ ਵਿੱਚ ਨਨ ਆਫ ਦਾ ਅਬਵ ਤਾਂ ਆਪਸ਼ਨ ਹੈ ਨਹੀਂ ਹੈ, ਡੈਫੀਨੇਟਲੀ ਕੀ ਹੈ ਇਹਦੇ ਵਿੱਚ ਕੋਈ ਨਾ ਕੋਈ ਆਪਸ਼ਨ ਜਿਹੜੀ ਹੈ ਇਨਕਰੈਕਟ ਆ। ਸੋ ਫਰਸਟ ਆਪਸ਼ਨ ਹੈਗੀ ਹੈ ਇੰਡੀਅਨ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਇਜ਼ ਸੈਟ ਟੂ ਬੀ ਅਵਾਰਡਡ ਵਿਦ ਲੋਕਾਰਨੋ ਫਿਲਮ ਫੈਸਟੀਵਲਸ ਕਰੀਅਰ ਅਚੀਵਮੈਂਟ ਅਵਾਰਡ। ਹੁਣ ਇਹ ਤੁਹਾਡਾ ਜਿਹੜਾ ਕੁਐਸਚਨ ਹੈ ਸਿਨੇਮਾ ਨਾਲ ਰਿਲੇਟਡ ਹੈ। ਠੀਕ ਹੈ, ਐਂਡ ਸੈਕਿੰਡ ਸਟੇਟਮੈਂਟ ਹੈਗੀ ਹੈ ਕਿ ਇਹ ਜਿਹੜਾ ਲੋਕਾਰਨੋ ਫਿਲਮ ਫੈਸਟੀਵਲ ਅਵਾਰਡ ਆ ਇਹ 1946 ਚ ਫਾਊਂਡ ਹੋਇਆ ਸੀ। ਤੇ ਥਰਡ ਜਿਹੜੀ ਆਪਸ਼ਨ ਹੈ ਕਿ ਮੇਜਰ ਫਿਲਮ ਫੈਸਟੀਵਲ ਹੈ ਜਿਹੜਾ ਕਿ ਐਨੂਅਲੀ ਲੋਕਾਰਨੋ ਸਵਿਟਜ਼ਰਲੈਂਡ ਦੇ ਵਿੱਚ ਹੁੰਦਾ ਆ। ਸੋ ਇਹਦੇ ਵਿੱਚ ਸੈਕਿੰਡ ਤੇ ਸਟੇਟਮੈਂਟ ਬਿਲਕੁਲ ਕਰੈਕਟ ਹੈ, ਬਟ ਫਰਸਟ ਸਟੇਟਮੈਂਟ ਜਿਹੜੀ ਹੈ ਗਲਤ ਹੈ, ਕਿਉਂਕਿ ਇੰਡੀਅਨ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੂੰ ਨਹੀਂ, ਇੰਡੀਅਨ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੂੰ ਇਹ ਅਵਾਰਡ ਜਿਹੜਾ ਆ ਮਿਲਿਆ ਆ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਕਿਉਂਕਿ ਇਨਕਰੈਕਟ ਆਈਡੈਂਟੀਫਾਈ ਕਰਨੀ ਹੈ, ਸੋ ਸਾਡੀ ਆਪਸ਼ਨ ਕੀ ਆਏਗੀ, ਆਪਸ਼ਨ ਬੀ, ਦੈਟ ਇਜ਼ ਓਨਲੀ 1। ਨੈਕਸਟ ਆ ਆਈਡੈਂਟੀਫਾਈ ਕਰੈਕਟ। ਹੁਣ ਇਹਦੇ ਵਿੱਚ ਕੀ ਆਪਾਂ ਕਰੈਕਟ ਆਈਡੈਂਟੀਫਾਈ ਕਰਨਾ ਆ। ਸੋ ਆਦਿਤਿਆ L1 ਫਰਸਟ ਇੰਡੀਅਨ ਸਪੇਸ ਮਿਸ਼ਨ ਆ ਜਿਹੜਾ ਸਨ ਨੂੰ ਸਟੱਡੀ ਕਰੇਗਾ। ਠੀਕ ਹੈ, ਜਾਂ ਕਰ ਰਿਹਾ ਆ, ਇਹ ਬਿਲਕੁਲ ਕਰੈਕਟ ਆ। ਸੈਕਿੰਡ ਹੈਗਾ ਲੈਗਰੇਂਜ ਪੁਆਇੰਟ। ਆਪਾਂ ਨੂੰ ਪਤਾ ਹੈ ਕਿ ਲੈਗਰੇਂਜ ਪੁਆਇੰਟ L1 ਦੇ ਵਿੱਚ ਇਹਨੂੰ ਪਲੇਸ ਕੀਤਾ ਗਿਆ ਆ। ਉਹ ਟੋਟਲ ਜਿਹੜੇ ਆ 5 ਪੁਆਇੰਟਸ ਹੁੰਦੇ ਨੇ। ਸੋ ਇਹਦੇ ਵਿੱਚ ਗ੍ਰੈਵੀਟੇਸ਼ਨਲ ਪੁੱਲ 2 ਲਾਰਜ ਬੋਡੀਜ਼ ਦਾ ਜਿਹੜਾ ਆ ਸੈਂਟਰੀਪੀਟਲ ਫੋਰਸ ਨੂੰ ਬਿਲਕੁਲ ਇਕੁਅਲ ਕਰ ਦਿੰਦਾ ਆ ਤਾਂ ਕਿ ਕੋਈ ਵੀ ਆਬਜੈਕਟ ਜਿਹੜਾ ਉਹਨਾਂ ਦੇ ਵਿੱਚ ਮੂਵ ਕਰ ਸਕੇ। ਠੀਕ ਹੈ, ਸੋ ਇਸ ਕਰਕੇ ਜਿਹੜਾ ਆ ਲੈਗਰੇਂਜ ਪੁਆਇੰਟਸ ਦੇ ਉੱਤੇ ਜਿਹੜਾ ਵਿਊ ਪੁਆਇੰਟ ਆ ਉਹ ਬਿਲਕੁਲ ਕਲੀਅਰ ਬਿਨਾਂ ਕਿਸੇ ਆਬਸਟੈਕਲ ਦੇ ਦਿਖਦਾ ਆ, ਤਾਂ ਕਰਕੇ ਇਹਨੂੰ ਲੈਗਰੇਂਜ ਪੁਆਇੰਟ ਤੇ ਪਲੇਸ ਕੀਤਾ ਗਿਆ ਆ। ਸੋ ਇਹ ਵੀ ਆਪਸ਼ਨ ਜਿਹੜੀ ਹੈ ਕਰੈਕਟ ਹੈ। ਸੋ ਇਹਦਾ ਰਾਈਟ ਆਨਸਰ ਕੀ ਹੈ, ਆਪਸ਼ਨ ਸੀ। ਨੈਕਸਟ ਹੈ ਆਈਡੈਂਟੀਫਾਈ ਕਰੈਕਟ। ਸੋ ਇਹਦੇ ਵਿੱਚ ਜਿਹੜੀਆਂ ਦੋ ਆਪਸ਼ਨਸ ਦਿੱਤੀਆਂ ਸਾਨੂੰ ਸਟੇਟਮੈਂਟਸ ਤੋਂ ਆਪਾਂ ਨੇ ਆਈਡੈਂਟੀਫਾਈ ਕਰਨਾ ਹੈ ਕਿ ਇਹਦੇ ਵਿੱਚੋਂ ਕਰੈਕਟ ਕਿਹੜੀ ਹੈ। ਸੋ ਫਰਸਟ ਸਟੇਟਮੈਂਟ ਹੈਗੀ ਹੈ ਦ ਬ੍ਰੈਟਨ ਵੁਡਸ ਕਾਨਫਰੰਸ ਆਫੀਸ਼ੀਅਲੀ ਜਿਹਨੂੰ ਕਿਹਾ ਜਾਂਦਾ ਹੈ UN ਮੋਨੀਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ। ਸੋ 1944 ਦੇ ਵਿੱਚ ਬ੍ਰੈਟਨ ਵੁਡਸ ਨਿਊ ਹੈਮਸ਼ਾਇਰ USA ਦੇ ਵਿੱਚ ਆਰਗੇਨਾਈਜ਼ ਕੀਤੀ ਗਈ ਸੀਗੀ। ਸੋ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਦੂਸਰਾ ਹੈਗਾ ਇਹਦੇ ਵਿੱਚੋਂ ਦੋ ਬੋਡੀਜ਼ ਜਿਹੜੀਆਂ ਨਿਕਲ ਕੇ ਆਈਆਂ ਸੀਗੀਆਂ, ਇੱਕ ਸੀਗੀ IMF ਤੇ ਦੂਸਰੀ ਸੀਗੀ IBRD। IBRD ਸਟੈਂਡਸ ਫॉर ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਜਿਹਨੂੰ ਅੱਜ ਦੀ ਡੇਟ ਦੇ ਵਿੱਚ ਆਪਾਂ ਵਰਲਡ ਬੈਂਕ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ ਜੀ, ਸੋ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਹੈ। ਸੋ ਸਾਡਾ ਆਪਸ਼ਨ ਜਿਹੜਾ ਆਏਗਾ ਸੀ ਆਊਗਾ। ਨੈਕਸਟ ਆ ਸੋ ਜ਼ੀਕਾ ਵਾਇਰਸ ਦੇ ਰਿਲੇਟਡ ਕੁਐਸਚਨ ਆ, ਕਾਫੀ ਨਿਊਜ਼ ਦੇ ਵਿੱਚ ਹੈ ਜ਼ੀਕਾ ਵਾਇਰਸ। ਸੋ ਜ਼ੀਕਾ ਵਾਇਰਸ ਜਿਹੜੀ ਹੈ ਐਡਿਸ ਇਜਿਪਟੀ ਮੋਸਕੀਟੋ ਦੇ ਨਾਲ ਜਿਹੜਾ ਆ ਇਹ ਇਨਫੈਕਸ਼ਨ ਹੁੰਦੀ ਆ, ਵਾਇਰਲ ਇਨਫੈਕਸ਼ਨ ਆ। ਠੀਕ ਹੈ, ਐਂਡ ਇਹਦੀ ਇੱਕ ਹੋਰ ਜਾਣ ਪਛਾਣ ਇਹਦੀ ਇਹ ਕਿ ਦਿਨ ਦੇ ਟਾਈਮ ਦੇ ਉੱਤੇ ਆ ਜਿਹੜੀ ਬਾਈਟਿੰਗ ਕਰਦਾ ਆ। ਸੋ ਇਹੀ ਜਿਹੜਾ ਜ਼ੀਕਾ ਵਾਇਰਸ ਮਤਲਬ ਜਿਹੜਾ ਇਹ ਮੋਸਕੀਟੋ ਆ ਐਡਿਸ ਇਜਿਪਟੀ, ਇਹੀ ਟਰਾਂਸਮਿਟ ਕਰਦਾ ਡੇਂਗੂ ਨੂੰ ਵੀ। ਡੇਂਗੂ ਵੀ ਕੀ ਹੈ, ਇੱਕ ਵਾਇਰਲ ਬੁਖਾਰ ਆ, ਬਟ ਇਹ ਕੀ ਹੈ ਨੋਨ ਫੇਟਲ ਆ, ਮੀਨਸ ਕਿ ਇਹਦੇ ਨਾਲ ਜ਼ਰੂਰੀ ਨਹੀਂ ਹੈ ਕਿ ਮੌਤ ਹੀ ਹੋ ਜਾਏ। ਬਟ ਇਹਦੇ ਵਿੱਚ ਕੀ ਹੈ ਕਿ ਅਗਰ ਪ੍ਰੈਗਨੈਂਟ ਵੂਮਨ ਨੂੰ ਇਹ ਹੁੰਦਾ ਆ ਤੇ ਉਹਦਾ ਜਿਹੜਾ ਬੇਬੀ ਹੈ ਉਹ ਮਾਈਕਰੋਸੈਫੈਲੀ ਨਾਲ ਪੀੜਤ ਹੋ ਸਕਦਾ ਹੈ। ਮਾਈਕਰੋਸੈਫੈਲੀ ਦੇ ਵਿੱਚ ਕੀ ਹੁੰਦਾ ਆ ਕਿ ਬੱਚੇ ਦਾ ਜਿਹੜਾ ਸਿਰ ਆ ਉਹਦਾ ਸਾਈਜ਼ ਜਿਹੜਾ ਛੋਟਾ ਰਹਿ ਜਾਂਦਾ ਆ। ਐਂਡ ਹਜੇ ਤੱਕ ਇਹਦੇ ਵਾਸਤੇ ਕੋਈ ਵੀ ਮੈਡੀਸਿਨ ਜਾਂ ਕੋਈ ਵੀ ਵੈਕਸੀਨ ਜਿਹੜਾ ਆ ਅਵੇਲੇਬਲ ਨਹੀਂ ਹੈ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਆਪਾਂ ਕਰੈਕਟ ਹੀ ਆਈਡੈਂਟੀਫਾਈ ਕਰਨਾ ਹੈ। ਸੋ ਸਾਡਾ ਆਪਸ਼ਨ ਆਏਗਾ ਆਪਸ਼ਨ ਡੀ। ਨੈਕਸਟ ਆ ਰੀਸੈਂਟਲੀ ਨਿਊਜ਼ ਤਾਲੇ ਵਾਈਲਡ ਲਾਈਫ ਸੈਂਚੁਰੀ। ਸੋ ਬਹੁਤ ਵਾਰੀ ਨਿਊਜ਼ ਦੇ ਵਿੱਚ ਆਉਂਦੀ ਆ। ਸੋ ਇਹ ਹੈਗੀ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ।
ਨੈਕਸਟ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਬਾਰੇ ਜਿਹੜਾ ਆ ਆਪਾਂ ਸਟੇਟਮੈਂਟ ਇਨਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ। ਠੀਕ ਹੈ ਜੀ। ਸੋ ਸਭ ਤੋਂ ਪਹਿਲੀ ਸਟੇਟਮੈਂਟ ਹੈ ਕਿ ਪਰਮਾਨੈਂਟ ਇੰਟਰਗਵਰਨਮੈਂਟਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਜਿਹੜੀ ਸ਼ੰਘਾਈ ਚਾਈਨਾ ਦੇ ਵਿੱਚ 2001 ਦੇ ਵਿੱਚ ਫਾਊਂਡ ਹੋਈ ਸੀਗੀ ਐਂਡ ਇਹਨੂੰ ਫਾਊਂਡ ਕਰਨ ਲਈ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ ਫਾਊਂਡਿੰਗ ਮੈਂਬਰ ਉਹ 5 ਸੀਗੇ, ਕਿਰਗਿਸਤਾਨ, ਚਾਈਨਾ, ਕਿਰਗਿਜ਼ ਰਿਪਬਲਿਕ, ਕਿਰਗਿਜ਼ ਰਿਪਬਲਿਕ, ਰਸ਼ੀਆ, ਤਜ਼ਾਕਿਸਤਾਨ ਐਂਡ ਉਜ਼ਬੇਕਿਸਤਾਨ। ਠੀਕ ਹੈ 6 ਸੌਰੀ। ਐਂਡ ਓਫੀਸ਼ੀਅਲ ਲੈਂਗੁਏਜਿਸ ਇਹਦੇ ਵਿੱਚ ਇਹਨਾਂ ਨੇ ਲਿਖਿਆ ਇੰਗਲਿਸ਼ ਤੇ ਚਾਈਨੀਜ਼। ਥਰਡ ਇਹਦੇ ਵਿੱਚ ਹੈਗਾ ਹੈ ਕਜ਼ਾਕਿਸਤਾਨ ਹੋਸਟ, ਕਜ਼ਾਕਿਸਤਾਨ ਨੇ ਜਿਹੜੀ 24th ਸਮਿਟ ਆ ਉਹ ਹੋਸਟ ਕੀਤੀ ਆ। ਠੀਕ ਹੈ ਤੇ ਫੋਰਥ ਹੈਗਾ ਰੀਸੈਂਟਲੀ ਅਜ਼ਰਬੀਜਾਨ ਬਿਕੇਮ ਦਾ 10th ਮੈਂਬਰ ਟੂ ਜੁਆਇਨ SCO। ਹੁਣ ਇਹਦੇ ਵਿੱਚ ਦੇਖੋ ਬਾਕੀ ਜਿਹੜੀ ਹੈਗੀ ਹੈ ਸਟੇਟਮੈਂਟ ਫਸਟ ਤਾਂ ਬਿਲਕੁਲ ਕਰੈਕਟ ਆ ਕਿ ਪਰਮਾਨੈਂਟ ਆਰਗੇਨਾਈਜੇਸ਼ਨ ਆ। ਠੀਕ ਹੈ ਇੰਟਰਗਵਰਨਮੈਂਟਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹਨੂੰ ਇਹਨਾਂ ਕੰਟਰੀਜ਼ ਨੇ ਫਾਊਂਡ ਕੀਤਾ ਸੀ 2001 ਦੇ ਵਿੱਚ। ਦੂਜੀ ਸਟੇਟਮੈਂਟ ਦੇ ਵਿੱਚ ਉਹ ਕਹਿੰਦਾ ਹੈ ਕਿ ਇਹਦੀ ਓਫੀਸ਼ੀਅਲ ਲੈਂਗੁਏਜ ਜਿਹੜੀ ਹੈ ਇੰਗਲਿਸ਼ ਤੇ ਚਾਈਨੀਜ਼ ਆ, ਜੋ ਕਿ ਗਲਤ ਆ। ਇਹਦੀ ਜਿਹੜੀ ਓਫੀਸ਼ੀਅਲ ਲੈਂਗੁਏਜ ਆ ਦੈਟ ਇਜ਼ ਰਸ਼ੀਅਨ ਐਂਡ ਚਾਈਨੀਜ਼। ਠੀਕ ਹੈ ਸੋ ਇਹ ਸਟੇਟਮੈਂਟ ਗਲਤ ਹੋ ਗਈ। ਤੀਸਰੀ ਹੈਗੀ ਹੈ ਕਿ ਕਜ਼ਾਕਿਸਤਾਨ ਨੇ ਇਹਨੂੰ ਹੋਸਟ ਕੀਤਾ ਰੀਸੈਂਟਲੀ 24th ਸਮਿਟ ਨੂੰ, ਸੋ ਇਹ ਵੀ ਠੀਕ ਹੈ। ਐਂਡ ਚੌਥੀ ਸਟੇਟਮੈਂਟ ਹੈ ਕਿ ਰੀਸੈਂਟਲੀ ਅਜ਼ਰਬੀਜਾਨ ਜਿਹੜਾ ਇਹਦਾ 10th ਮੈਂਬਰ ਬਣਿਆ ਆ, ਸੋ ਇਹ ਵੀ ਗਲਤ ਹੈ। ਸੋ ਰੀਸੈਂਟਲੀ 10th ਮੈਂਬਰ ਇਹਦਾ ਬਣਿਆ ਆ ਬੈਲਾਰਸ। ਰਾਈਟ ਸੋ ਇਹ ਵੀ ਕਰੈਕਟ ਕਰ ਲੈਣਾ ਤੁਸੀਂ ਨਾਲ। ਸੋ ਆਪਾਂ ਕਿਉਂਕਿ ਇਹਦੇ ਵਿੱਚ ਇਨਕਰੈਕਟ ਆਇਡੈਂਟੀਫਾਈ ਕਰਨੀ, ਸੋ ਇਨਕਰੈਕਟ ਸਾਡੀ ਸੈਕਿੰਡ ਤੇ ਫੋਰਥ ਆਪਸ਼ਨ ਇਨਕਰੈਕਟ ਆ, ਜੋ ਸਾਡੀ ਆਪਸ਼ਨ ਬਣਦੀ ਆ C। ਠੀਕ ਹੈ ਜੀ। ਨੈਕਸਟ ਹੈ ਆਇਡੈਂਟੀਫਾਈ ਇਨਕਰੈਕਟ। ਅਗੇਨ ਆਪਾਂ ਇਨਕਰੈਕਟ ਹੀ ਆਇਡੈਂਟੀਫਾਈ ਕਰਨਾ ਆ। ਰੀਸੈਂਟਲੀ ਅਪੋਇੰਟਡ ਪ੍ਰਾਈਮ ਮਿਨਿਸਟਰਸ ਨੇ ਤੇ ਉਹ ਕਿਹੜੀ ਕੰਟਰੀ ਦੇ ਬਣੇ ਨੇ ਉਹ ਆਪਾਂ ਨੇ ਆਇਡੈਂਟੀਫਾਈ ਕਰਨੇ ਆ। ਸੋ ਕੀਰ ਸਟਾਰਮਰ UK ਦੇ ਅਪੋਇੰਟ ਹੋਇਆ। ਜੇਮਾਇਆ ਮੈਨੇਲੇ ਜਿਹੜੇ ਆ ਸੋਲੋਮੈਨ ਆਈਲੈਂਡਸ ਦੇ ਆ, ਕੁਐਸਚਨ ਜਿਹੜਾ ਆ ਵੀ ਚੁੱਕਾ ਹੈ ਆਲਰੇਡੀ। ਅਲਾਮਾਈ ਹਲੀਨਾ ਜਿਹੜੇ ਆ ਚੈਡ ਦੇ ਪ੍ਰਾਈਮ ਮਿਨਿਸਟਰ ਬਣੇ ਆ। ਮਿਖਾਇਲ ਮਿਸ਼ੂਸਤਿਨ ਜਿਹੜੇ ਆ ਇਹ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਬਣੇ ਆ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੀ ਸਟੇਟਮੈਂਟ ਇਨਕਰੈਕਟ ਕਿਹੜੀ ਹੈ। ਸੋ ਇਹ ਹੈਗੀ ਆ ਆਪਸ਼ਨ D। ਨੈਕਸਟ ਹੈ ਰੀਸੈਂਟਲੀ ਜਸਟਿਸ ਸ਼ੀਲ ਨਾਗੂ। ਸੋ ਸ਼ੀਲ ਨਾਗੂ ਜਿਹੜੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਨੇ ਹਾਲ ਹੀ ਦੇ ਵਿੱਚ। ਮੈਕਾਰਟੀ ਮੈਕਡੋਨਲਡ ਲਾਈਨ, ਸੋ ਇਹ ਯੂਜ਼ ਹੁੰਦੀ ਆ ਇੰਡੀਆ ਤੇ ਚਾਈਨਾ ਦੇ ਜਿਹੜੇ ਬਾਰਡਰ ਡਿਸਪਿਊਟ ਦੇ ਵਿੱਚ ਓਫਨਲੀ, ਮਤਲਬ ਇਹਨਾਂ ਦੋਵਾਂ ਦੇ ਉੱਤੇ ਹੀ ਜਿਹੜਾ ਆ ਇਹਨਾਂ ਦੋਵਾਂ ਦੇ ਵਿਚਕਾਰ ਮੈਕਮੋਹਨ ਲਾਈਨ ਜਿਹਨੂੰ ਆਪਾਂ ਕਹਿ ਦਿੰਦੇ ਆ, ਮੈਕਡੋਨਲਡ ਲਾਈਨ ਆ। ਮੈਕਮੋਹਨ ਲਾਈਨ ਜਿਹੜੀ ਆ ਅਰੁਣਾਚਲ ਪ੍ਰਦੇਸ਼ ਵਾਲੀ ਸਾਈਡ ਤੇ ਤਿੱਬਤ ਵਾਲੀ ਸਾਈਡ ਤੇ। ਜਿਹੜੀ ਮੈਕਾਰਟੀ ਮੈਕਡੋਨਲਡ ਲਾਈਨ ਆ ਇਹ ਹੈਗੀ ਆ ਜਿਹੜਾ ਸਕਾਈ ਚਿੰਨ ਵਾਲਾ ਏਰੀਆ ਆ। ਠੀਕ ਆ ਇਹ ਵਾਲਾ ਏਰੀਆ ਬੇਸਿਕਲੀ। ਸੋ ਇਹਦੇ ਨਾਲ ਰਿਲੇਟਿਡ ਇਹਨੂੰ ਚਾਈਨਾ ਜਿਹੜਾ ਆ ਇੰਡੀਆ ਅਸੈਪਟ ਕਰਦਾ, ਬਟ ਇਹਨੂੰ ਚਾਈਨਾ ਜਿਹੜਾ ਆ ਅਸੈਪਟ ਨਹੀਂ ਕਰਦਾ। ਰਾਈਟ ਨੈਕਸਟ ਹੈ ਕ੍ਰੈਡਿਟ ਰੇਟਿੰਗ ਏਜੰਸੀਜ਼ ਇਨ ਇੰਡੀਆ ਆਰ ਰੈਗੂਲੇਟਡ ਬਾਈ। ਸੋ ਇਹ ਬਹੁਤ ਵਾਰੀ ਕੁਐਸਚਨ ਆਲਰੇਡੀ ਤੁਸੀਂ PYQs ਚੁੱਕ ਕੇ ਵੇਖ ਲਓ, ਉਹਦੇ ਵਿੱਚ ਆਇਆ ਹੋਇਆ ਆ। ਸੋ ਇਹਨੂੰ ਜਿਹੜਾ ਆ SEBI ਰੈਗੂਲੇਟ ਕਰਦਾ ਆ ਕ੍ਰੈਡਿਟ ਰੇਟਿੰਗ ਏਜੰਸੀਜ਼ ਨੂੰ। ਠੀਕ ਹੈ ਜੀ। ਸੋ ਨੈਕਸਟ ਹੈਗਾ ਹਾਈਐਸਟ ਪੀਸ ਟਾਈਮ ਅਵਾਰਡ। ਸੋ ਇਹ ਵੀ ਜਿਹੜਾ ਆ ਆਲਰੇਡੀ ਕੁਐਸਚਨ ਦੇਖ ਲੋਗੇ ਤੁਸੀਂ PYQs ਦੇ ਵਿੱਚ ਹੈਗਾ ਆ, ਕਿਉਂਕਿ ਬਾਰ-ਬਾਰ ਇਹ ਕਰੰਟ ਅਫੇਅਰਸ ਦੇ ਵਿੱਚ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਠੀਕ ਹੈ ਸੋ ਪੀਸ ਟਾਈਮ ਜਿਹੜਾ ਇੰਡੀਆ ਦਾ ਹਾਈਐਸਟ ਅਵਾਰਡ ਹੈਗਾ ਯਾਦ ਰੱਖਿਓ ਅਸ਼ੋਕ ਚੱਕਰ ਆ, ਜਦਕਿ ਵਾਰ ਟਾਈਮ ਦਾ ਜਿਹੜਾ ਹਾਈਐਸਟ ਅਵਾਰਡ ਹੈਗਾ ਆ ਦੈਟ ਇਜ਼ ਪਰਮਵੀਰ ਚੱਕਰ। ਇਨ ਕੇਸ ਤੁਹਾਨੂੰ ਵਾਰ ਟਾਈਮ ਅਵਾਰਡ ਪੁੱਛ ਲਿਆ ਜਾਂਦਾ ਹੈ ਕਿ ਹਾਈਐਸਟ ਕਿਹੜਾ, ਤੇ ਉਸ ਕੇਸ ਦੇ ਵਿੱਚ ਪਰਮਵੀਰ ਚੱਕਰ ਆ। ਰਾਈਟ ਦੈਨ ਨੈਕਸਟ ਹੈਗਾ ਆ ਆਇਡੈਂਟੀਫਾਈ ਕਰੈਕਟ। ਸੋ ਇਹ ਸਪੋਰਟਸ ਨਾਲ ਰਿਲੇਟਿਡ ਤੁਹਾਡਾ ਕੁਐਸਚਨ ਆ। ਸੋ ਇਹਦੇ ਵਿੱਚ ਕੁਝ ਸਟੇਟਮੈਂਟਸ ਨੇ ਜਿਹਦੇ ਵਿੱਚ ਆਪਾਂ ਸਹੀ ਜਿਹੜੀ ਹੈ ਪਛਾਣਨੀ ਹੈ। ਸੋ ਰੀਸੈਂਟਲੀ ਏਸ਼ੀਅਨ ਬਿਲੀਅਰਡਸ ਚੈਂਪੀਅਨਸ਼ਿਪ 2024 ਰਿਆਦ ਸਾਊਦੀ ਅਰੇਬੀਆ ਦੇ ਵਿੱਚ ਹੋਈ, ਜੋ ਕਿ ਬਿਲਕੁਲ ਸਹੀ ਹੈ। ਧਰੁਵ ਸਿਤਵਾਲਾ ਨੇ ਜਿਹੜਾ ਆ 3rd ਏਸ਼ੀਅਨ ਬਿਲੀਅਰਡ ਟਾਈਟਲ ਜਿੱਤਿਆ ਆ ਪੰਕਜ ਅਡਵਾਨੀ ਨੂੰ ਹਰਾ ਕੇ, ਇਹ ਵੀ ਠੀਕ ਹੈ। ਅਨੁਪਮਾ ਰਾਮਾਚੰਦਰਨ ਜਿਹੜੇ ਇਹਨਾਂ ਨੇ ਵਿਮਨ ਏਸ਼ੀਅਨ ਸਨੂਕਰ ਚੈਂਪੀਅਨਸ਼ਿਪ ਜਿੱਤੀ ਆ, ਇਹ ਵੀ ਸਟੇਟਮੈਂਟ ਬਿਲਕੁਲ ਠੀਕ ਹੈ। ਸੋ ਆਲ ਆਫ ਦੀ ਅਬਵ ਆਰ ਕਰੈਕਟ। ਸੋ ਆਪਸ਼ਨ ਆਏਗੀ ਸਾਡੀ D। ਠੀਕ ਹੈ ਜੀ। ਨੈਕਸਟ ਹੈ ਰੀਸੈਂਟਲੀ ਅਲੀਜ਼ਾ ਡਾ ਐਂਡਾ ਮੈਡਰਾਜ਼ੋ। ਸੋ ਇਹਨਾਂ ਨੂੰ ਜਿਹੜਾ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ 2 ਸਾਲ ਲਈ, ਜੁਲਾਈ 2024 ਤੋਂ ਜੂਨ 2026 ਤੱਕ। ਐਂਡ ਇਹ ਜਿਹੜੇ ਹੈ ਮੈਕਸੀਕੋ ਤੋਂ ਬਿਲੋਂਗ ਕਰਦੇ ਆ। ਸੋ ਦਾ ਰਾਈਟ ਆਪਸ਼ਨ ਇਜ਼ C। ਨੈਕਸਟ ਹੈ ਰੀਸੈਂਟਲੀ ਮਸੂਦ ਪਸੇਸ਼ਕੀਆਂ। ਸੋ ਇਹ ਪ੍ਰੈਜ਼ੀਡੈਂਟ ਅਪੋਇੰਟ ਹੋਏ ਆ। ਸੋ ਇਹ ਹੋਏ ਆ ਇਬਰਾਹਿਮ ਰਈਸੀ, ਤੁਹਾਨੂੰ ਪਤਾ ਉਹਨਾਂ ਦੀ ਡੈਥ ਹੋ ਗਈ ਹੈ। ਸੋ ਈਰਾਨ ਦੇ ਪ੍ਰੈਜ਼ੀਡੈਂਟ ਜਿਹੜੇ ਉਸ ਤੋਂ ਬਾਅਦ ਅਪੋਇੰਟ ਹੋਏ ਆ। ਸੋ ਇੱਕ ਮੈਂ ਸ਼ਾਰਟ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਰੀਸੈਂਟਲੀ 6 ਮੰਥਸ ਦੇ ਵਿੱਚ ਪਿਛਲੇ ਜਿਹੜੇ ਆ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰਸ ਅਪੋਇੰਟ ਹੋਏ ਆ। ਸੋ ਉਹ ਵੀ ਤੁਸੀਂ ਜ਼ਰੂਰ ਦੇਖ ਲਿਓ, ਜੋ ਇੱਕ ਅੱਧਾ ਕੁਐਸਚਨ ਤੁਹਾਨੂੰ ਆ ਹੀ ਜਾਣਾ ਹੈ। ਨੈਕਸਟ ਹੈ ਰੀਸੈਂਟਲੀ। ਸੋ ਇਹਦੇ ਵਿੱਚ ਕੁਝ ਸਾਨੂੰ ਇਹਨਾਂ ਨੇ ਸਟੇਟਮੈਂਟਸ ਦਿੱਤੀਆਂ ਆ ਕਿਸੇ ਲੇਕ ਦੇ ਬਾਰੇ। ਆਪਾਂ ਨੇ ਆਇਡੈਂਟੀਫਾਈ ਕਰਨਾ ਹੈ ਕਿ ਕਿਹੜੀ ਲੇਕ ਆ ਇਹਨਾਂ ਸਟੇਟਮੈਂਟਸ ਨੂੰ ਪੜ੍ਹ ਕੇ। ਸੋ ਇਹ ਰੀਸੈਂਟਲੀ ਜੋ ਪੈਟਰਨ ਆ ਰਿਹਾ ਐਗਜ਼ਾਮ ਦਾ ਉਹਦੇ ਅਕੋਰਡਿੰਗਲੀ ਆ। ਫਰਸਟ ਸਟੇਟਮੈਂਟ ਹੈਗੀ ਇਟ ਇਜ਼ ਵਰਲਡਸ ਹਾਈਐਸਟ ਸਾਲਟ ਵਾਟਰ ਲੇਕ, ਜਿਹੜੀ ਕਿ 4350 ਮੀਟਰ ਦੇ ਆਲਟੀਟਿਊਡ ਤੇ ਆ। ਐਂਡੋਰਿਕ ਹੈ ਮੀਨਸ ਲੈਂਡ ਲੌਕਡ ਆ। ਇਹਦਾ 1/3 ਲੇਕ ਜਿਹੜੀ ਇੰਡੀਆ ਦੇ ਵਿੱਚ ਲਾਈ ਕਰਦੀ ਹੈ, 2/3 ਜਿਹੜੀ ਹੈ ਚਾਈਨਾ ਦੇ ਵਿੱਚ ਲਾਈ ਕਰਦੀ ਆ। ਐਂਡ ਇਹ ਜਿਹੜਾ ਹੈ ਕਾਫੀ ਟਾਈਮ ਆਪਣੀ ਕਲਰ ਵੀ ਚੇਂਜ ਕਰਦੀ ਰਹਿੰਦੀ ਹੈ। ਐਂਡ ਇਹ ਨਾ ਤਾਂ ਇੰਡਸ ਰਿਵਰ ਬੇਸਿਨ ਦਾ ਪਾਰਟ
पार्ट है तो ना ही ये कोई रामसर साइट है। ठीक है, सो ये सारिया स्टेटमेंट्स ਜਿਹੜੀਆਂ ने ये हैगियां ने पैंगोंग सो लेक के बारे। राइट, नैक्सट है क्वेश्चन नंबर 18। क्वेश्चन नंबर 18 ਦੇ ਵਿੱਚ ਹੈਗਾ ब्लू लाइन जो कि अजकल भी बहुत ज़्यादा हाईलाइट हो रहा है करंट अफेयर्स ਦੇ ਵਿੱਚ। सो ये इजराइल ਤੇ ਲੈਬਨਾਨ ਦੇ ਵਿਚਕਾਰ ਇੱਕ मतलब ब्लू बैरल्स ही रखे हुए है, कोई एज सच लाइन नहीं है बट ਇਹਨੂੰ ਆਪਾਂ ब्लू लाइन कह ਦਿੰਦੇ ਹਾਂ। ਜਿਹੜਾ ਇਹਦੇ ਵਿੱਚ 2001 ਦੇ ਵਿੱਚ ਇਜ਼ਰਾਈਲ ਨੇ ਜਦੋਂ ਲੈਬਨਾਨ ਤੋਂ ਵਿਡਰਾ ਕਰ ਲਿਆ ਸੀਗਾ, ਆਪਣੇ ਆਪ ਨੂੰ ਰੀਟਰੀਟ ਕਹਿ ਲਓ ਕਰ ਲਿਆ ਸੀ। ਠੀਕ ਹੈ, ਸੋ ਉਦੋਂ ਇਹ ब्लू बैरल्स ਉਦੋਂ ਦੇ ਹੀ ਰੱਖੇ ਗਏ ਆ ਜੋ ਕਿ ਆਇਡੈਂਟੀਫਾਈ ਕਰਨ ਦੇ ਵਿੱਚ ਹੈਲਪ ਕਰਦੇ ਆ ਕਿ ਕਿਹੜੀਆਂ ਦੋ ਕੰਟਰੀਜ਼ ਇਹ ਤੋਂ ਸੈਪਰੇਟ ਹੁੰਦੀਆਂ ਨੇ। ਨੈਕਸਟ ਹੈ ਟੋਕਾਮੈਕ। ਸੋ ਟੋਕਾਮੈਕ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਨਿਊਕਲੀਅਰ ਫਿਊਜ਼ਨ ਦੇ ਵਾਸਤੇ ਯੂਜ਼ ਕੀਤੀ ਜਾ ਰਹੀ ਹੈ। ਠੀਕ ਹੈ, ਸੋ ਇਹ ਹੈਗਾ ਆ ਆਪਸ਼ਨ ਬੀ ਤੁਹਾਡਾ। ਨੈਕਸਟ ਹੈ ਆਇਡੈਂਟੀਫਾਈ ਕਰੈਕਟ। ਸੋ ਨੈਕਸਟ ਜਿਹੜਾ ਕੁਐਸਚਨ ਹੈਗਾ ਆ ਇਹ ਵੈਸੇ ਤਾਂ ਤੁਹਾਡਾ ਸਟੈਟਿਕ ਦਾ ਪਾਰਟ ਆ, ਹਿਸਟਰੀ ਦਾ ਪਾਰਟ ਹੈ, ਬਟ ਇਹ ਕਰੰਟ ਅਫੇਅਰ ਦੇ ਵਿੱਚ ਵੀ ਆਂਦਾ ਰਹਿੰਦਾ ਆ ਕਾਫੀ ਵਾਰੀ। ਠੀਕ ਹੈ, ਸੋ ਇਹਦੇ ਵਿੱਚ ਸਭ ਤੋਂ ਪਹਿਲੀ ਸਟੇਟਮੈਂਟ ਹੈਗੀ ਆ ਉਦੈਗਰੀ ਐਂਡ ਖੰਡਾਗਰੀ ਕੇਵ। ਸੋ ਇਹ ਰੀਸੈਂਟਲੀ ਤੁਹਾਨੂੰ ਕਰੰਟ ਅਫੇਅਰਸ ਵੀ ਮਿਲੂਗਾ ਐਂਡ PPSC ਦੇ ਅਗਰ ਤੁਸੀਂ ਚੁੱਕ ਕੇ ਦੇਖ ਲਓ ਤੇ PYQs 'ਚ ਵੀ ਇਹ ਕੁਐਸਚਨ ਜਿਹੜਾ ਤੁਹਾਨੂੰ ਮਿਲ ਜੂਗਾ। ਸੋ ਇਹ ਕੁਮਾਰੀ ਮਾਊਂਟੇਨ ਰੇਂਜ ਦੇ ਉੱਤੇ ਬਣਾਈਆਂ ਗਈਆਂ ਨੇ ਤੇ ਰੌਕ ਕਟ ਕੇਵ ਟ੍ਰੈਡੀਸ਼ਨ ਜਿਹੜਾ ਉੜੀਸਾ ਦੇ ਵਿੱਚ ਉਹਦੀਆਂ ਅਰਲੀਐਸਟ ਐਗਜ਼ਾਮਪਲ ਆ। 2nd ਸੈਂਚੁਰੀ BC ਦੇ ਵਿੱਚ ਬਿਲਡ ਹੋਈਆਂ ਸੀਗੀਆਂ। ਇੱਕ ਕਿੰਗ ਖਾਰਵੇਲਾ ਸੀਗਾ ਮੇਘਵਾਨ ਡਾਇਨੈਸਟੀ ਦਾ ਜਿਹਨੇ ਜੈਨ ਮੌਂਕਸ ਵਾਸਤੇ ਇਹ ਕੇਵਸ ਬਣਵਾਈਆਂ ਸੀਗੀਆਂ ਐਂਡ ਇਹ ਹਾਥੀ ਗੁੰਫਾ ਕੇਵ ਇਨਸਕ੍ਰਿਪਸ਼ਨਸ ਲਈ ਵੀ ਫੇਮਸ ਨੇ। ਉਦੈਗਰੀ ਕੇਵ ਜਿਹੜੀਆਂ ਕਿ ਬ੍ਰਹਮੀ ਸਕ੍ਰਿਪਟ ਯੂਜ਼ ਕੀਤੀ ਗਈ ਹੈ ਜਿਨ੍ਹਾਂ ਦੇ ਉੱਤੇ, ਜਿਹਦੇ ਵਿੱਚ ਖਾਰਵੇਲਾ ਵੱਲੋਂ ਜਿੰਨੇ ਵੀ ਮਿਲਟਰੀ ਐਕਸਪੀਡੀਸ਼ਨਸ ਜਾਂ ਮਿਲਟਰੀ ਕੈਂਪੇਨਸ ਲਏ ਗਏ ਨੇ। ਠੀਕ ਹੈ, ਉਹਦੇ ਬਾਰੇ ਇਹਦੇ ਵਿੱਚ ਜਿਹੜਾ ਹੈ ਲਿਖਿਆ ਗਿਆ ਆ। ਸੋ ਇਹ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਆ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਡੀ। ਨੈਕਸਟ ਹੈ ਹੂ ਵਰ ਦਾ ਫਲੈਗ ਬੇਅਰਰਸ ਫॉर ਪੈਰਿਸ 올림픽 2024। ਜਦੋਂ ਪੈਰਿਸ 올림픽 ਸਟਾਰਟ ਹੋਇਆ ਸੀਗਾ ਤੇ ਇੰਡੀਆ ਦੇ ਜਿਹੜੇ ਫਲੈਗ ਬੇਅਰਰ ਸੀਗੇ ਉਹ ਸੀਗੇ PV ਸਿੰਧੂ ਤੇ ਸ਼ਰਤ ਕਮਲ। ਠੀਕ ਹੈ, ਸੋ ਦਾ ਆਪਸ਼ਨ ਇਜ਼ ਡੀ। ਐਂਡ ਕਲੋਜ਼ਿੰਗ ਸੈਰੇਮਨੀ ਦਾ ਵੀ ਆਪਾਂ ਪੜ੍ਹ ਲਿਆ ਸੀਗਾ ਲਾਸਟ ਕਰੰਟ ਅਫੇਅਰ ਦੇ ਵਿੱਚ। ਠੀਕ ਹੈ, ਸੋ ਕਿਉਂਕਿ ਆਪਾਂ ਰਿਵਰਸ ਤੋਂ ਚੱਲਦੇ ਪਏ ਹਾਂ, ਸੋ ਆਪਾਂ ਕਲੋਜ਼ਿੰਗ ਤੋਂ ਸਟਾਰਟ ਕਰਕੇ ਓਪਨਿੰਗ ਵੱਲ ਜਾ ਰਹੇ ਹਾਂ, ਹੈ ਨਾ। ਆਪਾਂ ਨੂੰ ਪਤਾ ਹੀ ਹੈ ਰੀਸੈਂਟ ਵਾਲੇ ਕਰੰਟ ਤੋਂ ਆਪਾਂ ਪਿੱਛੇ ਪਿੱਛੇ ਹੁੰਦੇ ਜਾਣਾ ਹੈ। ਸੋ ਕਲੋਜ਼ਿੰਗ ਸੈਰੇਮਨੀ ਦੇ ਦੌਰਾਨ ਜਿਹੜੇ ਸੀਗੇ ਉਹ ਸੀਗੇ ਆਪਣਾ PR ਸ੍ਰੀਜੇਸ਼। ਠੀਕ ਹੈ, PR ਸ੍ਰੀਜੇਸ਼ ਤੇ ਦੂਸਰੇ ਸੀਗੇ ਆਪਣਾ ਮਨੂ ਭਾਕਰ, ਹੈ ਨਾ, ਉਹ ਵੀ ਯਾਦ ਰੱਖ ਲਿਓ। ਨੈਕਸਟ ਆ ਇਨੀਸ਼ੀਅਲੀ ਬੈਸਟੋਰਡ ਅਪਨ ਪ੍ਰਾਈਮ ਮਿਨਿਸਟਰ ਮੋਦੀ ਇਨ 2019। ਸੋ ਇਹ 2019 ਚ ਅਨਾਊਂਸ ਕਰ ਦਿੱਤਾ ਸੀ ਰਸ਼ੀਆ ਨੇ ਕਿ ਆਰਡਰ ਆਫ ਸੇਂਟ ਐਂਡਰਿਊ ਦਾ ਅਪੋਸਟਲ ਦਾ ਫਰਸਟ ਕਾਲਡ ਇਹ ਹਾਈਐਸਟ ਸਿਵਿਲੀਅਨ ਆਨਰ ਆ ਰਸ਼ੀਆ ਦਾ ਜਿਹੜਾ ਕਿ ਕਿਸੇ ਨੂੰ ਦਿੰਦੇ ਆ। ਸੋ ਇਹਨਾਂ ਨੇ PM ਮੋਦੀ ਨੂੰ ਦਿੱਤਾ ਸੀਗਾ। ਸੋ 2019 ਚ ਅਨਾਊਂਸ ਕੀਤਾ ਸੀ ਪਰ ਦਿੱਤਾ ਹੁਣ ਆ। ਨੈਕਸਟ ਆ ਰੀਸੈਂਟਲੀ ਵਿਚ ਸਟੇਟ ਹੈਜ਼ ਵਨ ਦਾ ਬੈਸਟ ਐਗਰੀਕਲਚਰ ਸਟੇਟ ਅਵਾਰਡ। ਸੋ 15th ਜਿਹੜੇ ਐਗਰੀਕਲਚਰ ਲੀਡਰਸ਼ਿਪ ਅਵਾਰਡਸ ਕਮੇਟੀ ਵੱਲੋਂ ਅਨਾਊਂਸ ਕੀਤੇ ਗਏ ਆ। ਸੋ ਉਹਦੇ ਵਿੱਚ ਬੈਸਟ ਐਗਰੀਕਲਚਰ ਸਟੇਟ ਅਵਾਰਡ ਜਿਹੜਾ ਮਹਾਰਾਸ਼ਟਰ ਨੂੰ ਮਿਲਿਆ। So the option is A. Next, which of the following report or reports has or have been published by UN Trade and Development? So UN Trade and Development ਦੇ ਬਾਰੇ ਇੱਕ ਚੀਜ਼ ਹੋਰ ਯਾਦ ਰੱਖ ਲਿਓ ਕਿ UN Trade and Development ਨੇ ਹਾਲ ਹੀ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਚੇਂਜ ਕੀਤਾ ਹੈ। ਕਾਨਫਰੰਸ ਵਰਡ ਜਿਹੜਾ ਇਹ ਤੋਂ ਹਟਾ ਦਿੱਤਾ ਗਿਆ। ਪਹਿਲਾਂ UN Conference on Trade and Development ਸੀਗਾ। ਠੀਕ ਹੈ, ਸੋ ਇਹਦੇ ਬਾਰੇ ਇਸੇ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ ਡਿਜੀਟਲ ਇਕੋਨਮੀ ਰਿਪੋਰਟ, ਟ੍ਰੇਡ ਐਂਡ ਡਿਵੈਲਪਮੈਂਟ ਰਿਪੋਰਟ, ਵਰਲਡ ਇਨਵੈਸਟਮੈਂਟ ਰਿਪੋਰਟ, ਸਾਰੀਆਂ ਹੀ ਰਿਪੋਰਟਸ ਇਹਦੇ ਵੱਲੋਂ ਪਬਲਿਸ਼ ਕੀਤੀਆਂ ਜਾਂਦੀਆਂ। ਸੋ ਦਾ ਆਪਸ਼ਨ ਇਜ਼ ਡੀ। ਨੈਕਸਟ ਆਈਡੈਂਟੀਫਾਈ ਕਰੈਕਟ ਅਬਾਊਟ ਕੋਲੰਬੋ ਸਿਕਿਉਰਿਟੀ ਕਨਕਲੇਵ। ਸੋ ਕੋਲੰਬੋ ਸਿਕਿਉਰਿਟੀ ਕਨਕਲੇਵ ਜਿਹੜਾ ਇੱਕ ਰੀਜਨ ਦਾ ਰੀਜਨ ਸਿਕਿਉਰਿਟੀ ਗਰੁੱਪਿੰਗ ਆ ਜਿਹਦਾ ਮੇਨ ਹੈਗਾ ਆ ਮੋਟਿਵ ਇੰਡੀਅਨ ਓਸ਼ਨ ਰੀਜਨ ਦੇ ਵਿੱਚ ਮੈਰੀਟਾਈਮ ਸਿਕਿਉਰਿਟੀ ਜਾਂ ਹੋਰ ਵੀ ਜੋ ਵੀ ਸਿਕਿਉਰਿਟੀ ਰਿਲੇਟਿਡ ਚੀਜ਼ਾਂ ਹੁੰਦੀਆਂ, ਰੈਸਕਿਊ ਪ੍ਰਾਇਓਰਿਟੀ, ਸਾਰਾ ਕੁਝ ਦੇਖਣਾ, ਮੈਰੀਨ ਪੋਲਿਊਸ਼ਨ ਵਗੈਰਾ। ਠੀਕ ਹੈ, ਐਂਡ ਇਹ 2011 ਦੇ ਵਿੱਚ ਫਾਊਂਡ ਹੋਇਆ ਸੀ ਐਜ਼ ਅ ਟ੍ਰਾਈਲੇਟਰਲ ਮੈਰੀਟਾਈਮ ਸਿਕਿਉਰਿਟੀ ਗਰੁੱਪਿੰਗ ਬਿਟਵੀਨ ਇੰਡੀਆ, ਸ਼੍ਰੀਲੰਕਾ ਤੇ ਮਾਲਦੀਵਸ। ਇਸ ਤੋਂ ਬਾਅਦ ਇਹਨੂੰ ਮੌਰੀਸ਼ੀਅਸ ਨੇ ਵੀ ਜੁਆਇਨ ਕੀਤਾ। ਤੀਸਰੀ ਸਟੇਟਮੈਂਟ ਹੈਗੀ ਆ ਬੰਗਲਾਦੇਸ਼ ਅਬਜ਼ਰਵਰ ਮੈਂਬਰ ਆ। ਤੇ ਚੌਥੀ ਸਟੇਟਮੈਂਟ ਹੈ ਕਿ ਰੀਸੈਂਟਲੀ ਸਿਸ਼ਲਸ ਹੈਜ਼ ਬੀਨ ਇਨਕਲੂਡਡ ਇਨ ਐਜ਼ ਇਟਸ 5th ਮੈਂਬਰ। ਸੋ ਇਹਦੇ ਵਿੱਚ ਆਪਾਂ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ ਤੇ ਫਰਸਟ ਤੇ ਸੈਕਿੰਡ ਕਰੈਕਟ ਹੈ। ਸੋ ਦਾ ਆਪਸ਼ਨ ਇਜ਼ ਏ। ਹੁਣ ਇਹਦੇ ਵਿੱਚ ਜਿਹੜਾ ਅਬਜ਼ਰਵਰ ਮੈਂਬਰ ਹੈਗਾ ਆ ਉਹ ਹੈਗਾ ਆ ਸਿਸ਼ਲਸ। ਠੀਕ ਹੈ, ਸਿਸ਼ਲਸ ਇਜ਼ ਐਨ ਅਬਜ਼ਰਵਰ ਮੈਂਬਰ, ਜਦਕਿ ਬੰਗਲਾਦੇਸ਼ ਜਿਹੜਾ ਆ ਉਹ ਜਿਹੜਾ ਆ ਉਹਨੂੰ ਐਜ਼ ਅ 5th ਮੈਂਬਰ ਉਹਨੇ ਇਹ ਕਨਕਲੇਵ ਰੀਸੈਂਟਲੀ ਜੁਆਇਨ ਕੀਤਾ ਹੈ। ਸੋ ਇਹ ਸਟੇਟਮੈਂਟਸ ਜਿਹੜੀਆਂ ਉਲਟੀਆਂ ਪੁਲਟੀਆਂ ਲਿਖੀਆਂ ਹੋਈਆਂ ਆ, ਸੋ ਇਹ ਦੋਵੇਂ ਹੀ ਇਨਕਰੈਕਟ ਆ। Next, recently Saurus crane, the tallest flying bird in the world, has been declared the state bird of। So ਇਹਨੂੰ state bird declare ਕੀਤਾ ਗਿਆ ਹੈ ਹਾਲ ਹੀ ਦੇ ਵਿੱਚ ਉੱਤਰ ਪ੍ਰਦੇਸ਼ ਵੱਲੋਂ। So the option is B. Next ਹੈ exercise pitch black is a biennial multinational exercise। So ਇਹ ਜਿਹੜਾ ਹੈ ਆਸਟ੍ਰੇਲੀਆ ਵੱਲੋਂ ਹੋਸਟ ਕੀਤੀ ਜਾਂਦੀ ਹੈ pitch black exercise। So the option is C.
ਨੈਕਸਟ ਆਈਡੈਂਟੀਫਾਈ ਕਰੈਕਟ। ਸੋ ਰੀਸੈਂਟਲੀ ਬਲੂ ਪਲੈਨਟ ਅਵਾਰਡ ਜਿਹੜਾ ਪ੍ਰਾਈਜ਼ ਜਿਹੜਾ 2024 ਦਾ ਇਹ IPBES ਨੇ ਜਿੱਤਿਆ, ਯਾਨੀ ਕਿ ਇੰਟਰ ਗਵਰਨਮੈਂਟਲ ਪਲੇਟਫਾਰਮ ਔਨ ਬਾਇਓਡਾਇਵਰਸਿਟੀ ਐਂਡ ਈਕੋਸਿਸਟਮ ਸਰਵਿਸਿਜ਼। ਸੋ ਇਹ ਐਨੂਅਲੀ ਜਿਹੜਾ ਅਵਾਰਡ ਹੈ ਜਾਪਾਨ ਬੇਸਡ ਅਸਾਈ ਗਲਾਸ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ। ਕਿਸੇ ਵੀ ਇੰਡੀਵਿਜੂਅਲ ਨੂੰ ਦਿੱਤਾ ਜਾ ਸਕਦਾ ਜਾਂ ਆਰਗੇਨਾਈਜੇਸ਼ਨਸ ਨੂੰ ਦਿੱਤਾ ਜਾ ਸਕਦਾ ਜਿਹੜੇ ਕਿ ਗਲੋਬਲ ਐਨਵਾਇਰਮੈਂਟਲ ਪ੍ਰੋਬਲਮਸ ਰਿਲੇਟਡ ਕੋਈ ਨਾ ਕੋਈ ਸੋਲਿਊਸ਼ਨਸ ਪ੍ਰੋਵਾਈਡ ਕਰਦੇ ਨੇ। ਸੋ ਸਿਸ਼ਲਸ ਹਾਲ ਹੀ ਦੇ ਵਿੱਚ ਇਹਦਾ 147th ਮੈਂਬਰ ਵੀ ਬਣਿਆ ਆ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਆ। ਸੋ ਦਾ ਆਪਸ਼ਨ ਇਜ਼ ਡੀ। ਨੈਕਸਟ ਆ ਹੁਣ ਇਹਦੇ ਵਿੱਚ ਆਪਾਂ ਨੇ ਇਹਨਾਂ ਨੂੰ ਇੱਕ ਗਰੁੱਪ ਦੇ ਬਾਰੇ ਜਿਹੜਾ ਸਟੇਟਮੈਂਟਸ ਦਿੱਤੀਆਂ ਆਪਾਂ ਨੇ ਆਈਡੈਂਟੀਫਾਈ ਕਰਨਾ ਆ ਕਿ ਇਹ ਗਰੁੱਪ ਕਿਹੜਾ ਆ। ਠੀਕ ਹੈ ਜੀ। ਸੋ ਪਹਿਲੀ ਸਟੇਟਮੈਂਟ ਜਿਹੜੀ ਦਿੱਤੀ ਹੋਈ ਹੈ ਕਿ ਇਹ ਰੀਜਨਲ ਆਰਗੇਨਾਈਜੇਸ਼ਨ ਆ ਜਿਹੜੀ 1997 ਦੇ ਵਿੱਚ ਬੈਂਕਾਕ ਡੈਕਲੇਰੇਸ਼ਨ ਦੇ ਨਾਲ ਫਾਊਂਡ ਹੋਈ ਸੀ। ਦੇਖੋ ਤੁਹਾਨੂੰ ਇੱਕ ਵੀ ਚੀਜ਼ ਇਹਦੇ ਵਿੱਚੋਂ ਆਉਂਦੀ ਹੋਏ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਦੂਸਰੀ ਹੈਗੀ ਕਿ ਇਹਦੇ 7 ਮੈਂਬਰਸ ਨੇ ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਥਾਈਲੈਂਡ, ਮਿਆਂਮਾਰ, ਨੇਪਾਲ ਤੇ ਭੂਟਾਨ। ਤੇ ਤੀਸਰਾ ਹੈ ਕਿ ਇਹਦਾ ਪਰਮਾਨੈਂਟ ਸੈਕਟਰੀਏਟ ਜਿਹੜਾ ਢਾਕਾ ਦੇ ਵਿੱਚ ਹੈ। ਸੋ ਇਹ ਸਾਰੀਆਂ ਸਟੇਟਮੈਂਟਸ ਜਿਹੜੀਆਂ ਬਿਮਸਟੈਕ ਦੇ ਬਾਰੇ ਆ। ਸੋ ਦਾ ਆਪਸ਼ਨ ਇਜ਼ ਸੀ। ਨੈਕਸਟ ਆ ਆਈਡੈਂਟੀਫਾਈ ਕਰੈਕਟ ਅਬਾਊਟ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ। ਸੋ ਇਹ ਵੀ ਵੈਸੇ ਤੁਹਾਡਾ ਸਟੈਟਿਕ ਦਾ ਪਾਰਟ ਹੈ, ਪੋਲਿਟੀ ਦਾ ਪਾਰਟ ਹੈ, ਬਟ ਕਿਉਂਕਿ ਇਹ ਕਰੰਟ ਦੇ ਵਿੱਚ ਹੈ ਤਾਂ ਆਪਾਂ ਇਹਨੂੰ ਐਜ਼ ਅ ਕਰੰਟ ਅਫੇਅਰ ਹੀ ਸਟੱਡੀ ਕਰਾਂਗੇ। ਸੋ ਇੱਕ ਸਟੈਚੂਟਰੀ ਬੋਡੀ ਆ, ਯਾਨੀ ਕਿ ਕਿਸੇ ਐਕਟ ਆਫ ਪਾਰਲੀਮੈਂਟ ਦੇ ਅੰਡਰ ਬਣੀ ਆ। ਸੋ ਕਿਹੜੇ ਐਕਟ ਦੇ ਅੰਡਰ ਬਣੀ ਆ? ਰਾਈਟ ਟੂ ਇਨਫੋਰਮੇਸ਼ਨ ਐਕਟ 2005 ਦੇ ਅੰਡਰ। ਸੋ ਇਹਦੇ ਵਿੱਚ ਕੀ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੁੰਦਾ ਆ ਤੇ 10 ਤੋਂ ਜ਼ਿਆਦਾ ਇਨਫੋਰਮੇਸ਼ਨ ਕਮਿਸ਼ਨਰਸ ਨਹੀਂ ਹੁੰਦੇ। CIC ਜਾਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਜਾਂ ਇਨਫੋਰਮੇਸ਼ਨ ਕਮਿਸ਼ਨਰਸ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਆ ਔਨ ਦਾ ਰਿਕਮੈਂਡੇਸ਼ਨ ਆਫ ਕਮੇਟੀ ਜਿਹੜੀ ਕਿ ਬਣੀ ਹੁੰਦੀ ਆ ਪ੍ਰਾਈਮ ਮਿਨਿਸਟਰ ਜੋ ਉਹਦੇ ਚੇਅਰਪਰਸਨ ਹੁੰਦੇ ਆ, LOP ਆਫ ਲੋਕ ਸਭਾ ਤੇ ਯੂਨੀਅਨ ਕੈਬਨਿਟ ਮਿਨਿਸਟਰ ਨੋਮੀਨੇਟਡ ਬਾਈ PM। ਸੋ ਇਹ ਵੀ ਸਟੇਟਮੈਂਟ ਸਹੀ ਹੈ। ਐਂਡ ਇਹਨਾਂ ਦਾ ਮੈਂਬਰਸ ਦਾ ਜਿਹੜਾ ਆ ਚੀਫ ਇਨਫੋਰਮੇਸ਼ਨ ਕਮਿਸ਼ਨਰ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਆ 3 ਇਅਰਸ ਹੁੰਦਾ ਆ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਆ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ D। Next up, which is the nodal ministry for implementation of vibrant village program। So vibrant village program याद रखियो कि centrally sponsored scheme है। ठीक है, यानी कि sharing basis ਤੇ ਹੁੰਦੀ ਹੈ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ। 2023 ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ ਐਂਡ ਨੋਡਲ ਮਿਨਿਸਟਰੀ ਇਹਦੇ ਵਾਸਤੇ ਹੈਗੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ। ਸੋ ਦਾ ਆਪਸ਼ਨ ਇਜ਼ A। ਨੈਕਸਟ ਆ ਵਿੰਬਲਡਨ ਟਾਈਟਲ ਜਿਹੜਾ ਵਿੰਬਲਡਨ 2024 ਫਾਈਨਲ ਦਾ। ਸੋ ਇਹ ਕਿੰਨੇ ਜਿੱਤਿਆ ਸੀਗਾ? ਸੋ ਇਹ ਰੀਸੈਂਟਲੀ ਜਿੱਤਿਆ ਸੀ ਕਾਰਲੋਸ ਅਲਕਰੈਜ਼ ਨੇ ਐਂਡ ਇਹ ਸਪੈਨਿਸ਼ ਪਲੇਅਰ ਨੇ। ਸੋ ਇਨ ਕੇਸ ਤੁਹਾਨੂੰ ਆ ਜਾਏ ਕਿ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ। ਸੋ ਇਹ ਸਪੈਨਿਸ਼ ਨੇ। ਨੈਕਸਟ ਆ ਆਈਡੈਂਟੀਫਾਈ ਕਰੈਕਟ। ਸੋ ਅਸਮਿਤਾ ਪ੍ਰੋਜੈਕਟ ਹਾਲ ਹੀ ਦੇ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਨੇ ਲਾਂਚ ਕੀਤਾ ਸੀ। ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਇਹਦੀ ਫੁੱਲ ਫਾਰਮ ਹੈਗੀ ਆਗਮੈਂਟਿੰਗ ਸਟੱਡੀ ਮਟੀਰੀਅਲਸ ਇਨ ਇੰਡੀਅਨ ਲੈਂਗੁਏਜਸ ਥਰੂ ਟਰਾਂਸਲੇਸ਼ਨ ਐਂਡ ਐਕੈਡੈਮਿਕ ਰਾਈਟਿੰਗ। ਸੋ ਇਹਦਾ ਮੇਨ ਮੋਟਿਵ ਹੈਗਾ ਆ ਕਿ ਜਿਹੜਾ ਹਾਈ ਕੁਆਲਿਟੀ ਸਟੱਡੀ ਮਟੀਰੀਅਲ ਹੈ ਉਹ ਬੱਚਿਆਂ ਨੂੰ ਉਹਨਾਂ ਦੀ ਨੇਟਿਵ ਉਹਨਾਂ ਦੀ ਵਰਨੈਕੂਲਰ ਲੈਂਗੁਏਜ ਦੇ ਵਿੱਚ ਪ੍ਰੋਵਾਈਡ ਕੀਤਾ ਜਾਵੇ। ਸੋ ਮਿਨਿਸਟਰੀ ਆਫ ਐਜੂਕੇਸ਼ਨ ਦਾ ਇਨੀਸ਼ੀਏਟਿਵ ਆ। ਇਹਦੇ ਅੰਡਰ ਅਗਲੇ 5 ਸਾਲਾਂ ਦੇ ਵਿੱਚ ਜਿਹੜੀਆਂ 22 ਸ਼ਡਿਊਲ ਲੈਂਗੁਏਜਸ ਹੈ ਉਹਨਾਂ ਦੇ ਵਿੱਚ 22,000 ਬੁੱਕਸ ਜਿਹੜੀਆਂ ਆ ਪ੍ਰੋਡਿਊਸ ਕੀਤੀਆਂ ਜਾਣਗੀਆਂ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਨੇ ਕਰੈਕਟ ਆ। ਨੈਕਸਟ ਆ ਹੂ ਇਜ਼ ਦਾ ਵਾਈਸ ਚੇਅਰਪਰਸਨ ਆਫ ਨੀਤੀ ਆਯੋਗ। ਸੋ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਹੈਗੇ ਨੇ ਸੁਮਨ ਕੇ ਬੈਰੀ। ਠੀਕ ਹੈ, ਐਂਡ TV ਸੋਮਨਾਥਨ ਦੇ ਬਾਰੇ ਆਪਾਂ ਕੱਲ ਹੀ ਪੜ੍ਹਿਆ ਸੀਗਾ ਕਿ ਇੰਡੀਆ ਦੇ ਕਰੰਟ ਕੈਬਨਿਟ ਸੈਕਟਰੀ ਨੇ ਇਹ। ਤੇ ਅਰਵਿੰਦ ਪਾਂਗੜੀਆ ਜਿਹੜੇ ਨੇ ਇਹ 16th ਫਾਈਨਾਂਸ ਕਮਿਸ਼ਨ ਦੇ ਹੈਡ ਨੇ। ਠੀਕ ਹੈ, VK ਪੌਲ ਜਿਹੜੇ ਵੈਸੇ ਹੀ ਨੀਤੀ ਆਯੋਗ ਦੇ ਮੈਂਬਰ ਨੇ। Next, recently who was re-elected for second 5-year term as European Commission President। बहुत important question आ। So Ursula von der Leyen दोबारा तो ਜਿਹੜੇ ਆ European Commission President ਬਣ ਗਏ ਨੇ। Next ਹੈ recently which country has unveiled the world's first dual tower, मतलब 2 टावर बेस्ड सोलर थर्मल पावर प्लांट है। बेसिकली ਇਹਦੇ ਵਿੱਚ ਕੀ ਇਹਨਾਂ ਨੇ 2 ਟਾਵਰਸ ਲਗਾ ਕੇ ਆਸੇ-ਪਾਸੇ ਜਿਹੜੇ ਆ ਮਿਰਰਸ ਵੱਡੇ-ਵੱਡੇ ਕਿੰਨੇ ਵੱਡੇ-ਵੱਡੇ ਮਿਰਰਸ ਲਗਾਏ ਆ ਜਿਹਦੇ ਨਾਲ 24% ਤੋਂ ਵੀ ਜ਼ਿਆਦਾ એનર્ਜੀ ਐਫੀਸ਼ੀਐਂਸੀ ਜਿਹੜੀ ਬੂਸਟ ਹੋਊਗੀ। ਸੋ ਇਹ ਚਾਈਨਾ ਨੇ ਜਿਹੜਾ ਆ ਇਹ ਕੰਮ ਸਟਾਰਟ ਕੀਤਾ ਆ। ਸੋ ਵਰਡ ਦਾ ਫਰਸਟ ਡਿਊਅਲ ਟਾਵਰ ਸੋਲਰ ਥਰਮਲ ਪਾਵਰ ਪਲਾਂਟ ਲਗਾਇਆ ਚਾਈਨਾ ਨੇ। ਸੋ ਦਾ ਆਪਸ਼ਨ ਇਜ਼ C। ਨੈਕਸਟ ਆ ਰੀਸੈਂਟਲੀ ਇੰਡੀਆ ਦਾ ਫਰਸਟ ਓਵਰਸੀਜ਼ ਮਤਲਬ ਕਿ ਇੰਡੀਆ ਤੋਂ ਬਾਹਰ ਜਨ ਔਸ਼ਧੀ ਕੇਂਦਰ ਇਨੋਗਰੇਟ ਕੀਤਾ ਗਿਆ ਹਾਲ ਹੀ ਦੇ ਵਿੱਚ ਮੌਰੀਸ਼ੀਅਸ ਦੇ ਵਿੱਚ। ਸੋ ਦਾ ਆਪਸ਼ਨ ਇਜ਼ A। ਨੈਕਸਟ ਆ PM ਸਵਾਨਿਧੀ ਦੇ ਬਾਰੇ ਕੁਐਸਚਨ ਹੈ। ਸੋ ਸਭ ਤੋਂ ਪਹਿਲੀ ਸਟੇਟਮੈਂਟ ਆਪਾਂ ਨੇ ਕਰੈਕਟ ਇਹਦੇ ਵਿੱਚ ਸਟੇਟਮੈਂਟ ਆਈਡੈਂਟੀਫਾਈ ਕਰਨੀ ਹੈ। ਸੋ ਪਹਿਲੀ ਸਟੇਟਮੈਂਟ ਹੈ ਕਿ ਸੈਂਟਰਲੀ ਸਪਾਂਸਰਡ ਸਕੀਮ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੀ। ਸੋ ਨੋ ਡਾਊਟ ਕਿ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੀ ਹੀ ਸਕੀਮ ਹੈ, ਬਟ ਇਹ ਸੈਂਟਰਲੀ ਸਪਾਂਸਰਡ ਨਹੀਂ ਹੈ, ਸੈਂਟਰਲੀ ਸੈਕਟਰ ਸਕੀਮ ਹੈ। ਸੈਂਟਰਲ ਸੈਕਟਰ ਸਕੀਮ, ਸੈਂਟਰਲ ਸੈਕਟਰ ਸਕੀਮ ਮੀਨਸ ਕਿ ਜਿਹਦੇ ਵਿੱਚ 100% ਗਵਰਨਮੈਂਟ ਆਫ ਇੰਡੀਆ ਹੀ ਫੰਡ ਕਰਦੀ ਹੈ, ਸਟੇਟ ਨਹੀਂ। ਠੀਕ ਹੈ, ਐਂਡ ਇਹਦੇ ਵਿੱਚ ਜਿਹੜੇ ਸਟਰੀਟ ਵੈਂਡਰਸ ਸੀਗੇ ਜਿਹੜੇ ਰੇੜੀ ਰੂੜੀ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਉਹਨਾਂ ਨੂੰ ਜਿਹੜਾ ਛੋਟਾ ਜਿਹਾ ਲੋਨ ਪ੍ਰੋਵਾਈਡ ਵਰਕਿੰਗ ਕੈਪੀਟਲ ਲੋਨ ਪ੍ਰੋਵਾਈਡ ਕੀਤਾ ਜਾਂਦਾ ਆ ਇਨੀਸ਼ੀਅਲੀ 10,000 ਦੀ ਕੈਪੀਟਲ ਦੇ ਨਾਲ। ਤੇ ਜੇਕਰ ਉਹ ਅਰਲੀ ਪੇਮੈਂਟ ਜਾਂ ਟਾਈਮਲੀ ਪੇਮੈਂਟ ਉਹਦੀ ਕਰਦੇ ਆ ਤੇ ਉਹਨਾਂ ਨੂੰ ਜਿਹੜਾ ਆ
ਇੰਟਰਸਟ ਦੇ ਉੱਤੇ ਵੀ ਸਬਸਿਡੀ ਮਿਲਦੀ ਆ 7% ਦੇ ਹਿਸਾਬ ਦੇ ਨਾਲ। ਸੋ ਇਹ ਦੋਨੋਂ ਹੀ ਸਟੇਟਮੈਂਟਸ ਕਰੈਕਟ ਨੇ, ਬਟ ਫਰਸਟ ਸਟੇਟਮੈਂਟ ਜਿਹੜੀਆਂ ਇਨਕਰੈਕਟ ਹੈ। ਸੋ ਆਪਾਂ ਨੇ ਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ ਤੇ ਆਪਸ਼ਨ ਸਾਡੀ ਆਏਗੀ ਸੀ, ਦੈਟ ਇਜ਼ 2 and 3। ਨੈਕਸਟ ਹੈ ਰੀਸੈਂਟਲੀ ਹੂ ਹੈਜ਼ ਬਿਕਮ ਫਰਸਟ ਏਸ਼ੀਅਨ ਮੈਨ ਟੂ ਬੀ ਇੰਡਕਟਡ ਇਨਟੂ ਦਾ ਪ੍ਰੈਸਟੀਜੀਅਸ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ। ਸੋ ਇਹਦੇ ਵਿੱਚ ਜਿਹੜਾ ਆਪਣਾ ਲੈਂਡਰ ਪੇਸ ਤੇ ਵਿਜੇ ਅੰਮ੍ਰਿਤਰਾਜ ਜਿਹੜੇ ਇਹਨਾਂ ਨੂੰ ਇੰਡਕਟ ਕੀਤਾ ਗਿਆ। ਸੋ ਦਾ ਆਪਸ਼ਨ ਇਜ਼ ਡੀ, ਬੋਥ ਬੀ ਐਂਡ ਸੀ। ਨੈਕਸਟ ਹੈ ਰੀਸੈਂਟਲੀ ਵਿਨੇ ਕੁਆਤਰਾ ਜਿਹੜੇ ਨੇ ਇਹਨਾਂ ਨੂੰ ਇੰਡੀਆ ਦਾ ਨਵਾਂ ਅੰਬੈਸਡਰ ਅਪਾਇੰਟ ਕੀਤਾ ਗਿਆ ਆ USA ਵਾਸਤੇ, ਠੀਕ ਹੈ ਜੀ। ਨੈਕਸਟ ਆਇਡੈਂਟੀਫਾਈ ਕਰੈਕਟ ਰੀਸੈਂਟਲੀ ਰਿਗੋਬਰਟਾ ਮੈਨਚੂਤੁਮ। ਸੋ ਇਹਨਾਂ ਨੂੰ ਜਿਹੜਾ ਆ ਗਾਂਧੀ ਮੰਡੇਲਾ ਅਵਾਰਡ 2020 ਹਾਲ ਹੀ ਦੇ ਵਿੱਚ ਰੀਸੈਂਟਲੀ ਦਿੱਤਾ ਗਿਆ ਆ, ਠੀਕ ਹੈ। ਸੋ ਵੈਰੀ ਵੈਰੀ ਇੰਪੋਰਟੈਂਟ ਐਂਡ ਇਹ ਨੋਬਲ ਲੌਰੇਟ ਵੀ ਨੇ, ਠੀਕ ਹੈ। ਨੋਬਲ ਪੀਸ ਪ੍ਰਾਈਜ਼ ਵੀ ਇਹਨਾਂ ਨੂੰ ਮਿਲ ਚੁੱਕਾ ਹੈ ਐਂਡ ਗੋਟੇਮਾਲਾ ਦੇ ਹਿਊਮਨ ਰਾਈਟ ਐਕਟਿਵਿਸਟ ਵੀ ਨੇ। ਸੋ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਕਰੈਕਟ ਹੈ, ਆਪਾਂ ਨੇ ਆਇਡੈਂਟੀਫਾਈ ਵੀ ਕਰਨੀਆਂ ਕਰੈਕਟ। ਸੋ ਦਾ ਆਪਸ਼ਨ ਇਜ਼ ਸੀ। ਨੈਕਸਟ ਹੈ ਰੀਸੈਂਟਲੀ ਰੈਪਿਡ ਐਪੋਫਿਸ ਮਿਸ਼ਨ ਫॉर ਸਪੇਸ ਸੇਫਟੀ। ਸਪੇਸ ਸੇਫਟੀ ਵਾਸਤੇ ਜਿਹੜਾ ਰੈਪਿਡ ਐਪੋਫਿਸ ਮਿਸ਼ਨ ਜਿਹੜਾ ਹੈ ਕਿ ਐਸਟੀਰੋਇਡ ਐਪੋਫਿਸ ਨੂੰ ਸਟੱਡੀ ਕਰੂਗਾ। ਸੋ ਇਹ ਮਿਸ਼ਨ ਜਿਹੜਾ ਆ ਯੂਰੋਪੀਅਨ ਸਪੇਸ ਏਜੰਸੀ ਵੱਲੋਂ ਹਾਲ ਹੀ ਦੇ ਵਿੱਚ ਅਨਾਉਂਸ ਕੀਤਾ ਗਿਆ ਆ। ਸੋ ਦਾ ਆਪਸ਼ਨ ਇਜ਼ ਬੀ। ਨੈਕਸਟ ਹੈ ਆਇਡੈਂਟੀਫਾਈ ਇਨਕਰੈਕਟ। ਸੋ ਇਹਦੇ ਵਿੱਚ ਆਪਾਂ ਕੀ ਹੈ ਇਨਕਰੈਕਟ ਆਇਡੈਂਟੀਫਾਈ ਕਰਨਾ ਹੈ। ਸੋ ਪਹਿਲਾ ਹੈਗਾ ਨੈਸ਼ਨਲ ਇਨਕਮ ਟੈਕਸ ਡੇ। ਸੋ ਇਹ 24 ਜੁਲਾਈ ਨੂੰ ਅਬਜ਼ਰਵ ਕੀਤਾ ਜਾਂਦਾ ਹੈ, ਸਟੇਟਮੈਂਟ ਸਹੀ ਹੈ। ਸੋ ਇਸ ਦਿਨ 1860 ਦੇ ਵਿੱਚ ਸਰ ਜੇਮਸ ਵਿਲਸਨ ਨੇ ਇੰਡੀਆ ਦੇ ਵਿੱਚ ਫਸਟ ਟਾਈਮ ਇਨਕਮ ਟੈਕਸ ਦਾ ਕਨਸੈਪਟ ਇੰਟਰੋਡਿਊਸ ਕੀਤਾ ਸੀ। ਉਹ ਵੀ ਸਟੇਟਮੈਂਟ ਸਹੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਇਨਕਰੈਕਟ ਸਟੇਟਮੈਂਟ ਆਇਡੈਂਟੀਫਾਈ ਕਰਨੀ ਹੈ। ਸੋ ਕੋਈ ਵੀ ਨਹੀਂ ਹੈ। ਸੋ ਸਾਡਾ ਆਪਸ਼ਨ ਕੀ ਆਏਗਾ ਡੀ, ਨੀਦਰ 1 and 2। ਨੈਕਸਟ ਹੈ PS ਰੀਜੇ। ਸੋ ਇਹ ਨਿਊਜ਼ ਦੇ ਵਿੱਚ ਕਿਉਂ ਸੀਗੇ ਕਿਉਂਕਿ ਇਹਨਾਂ ਨੇ ਇੰਟਰਨੈਸ਼ਨਲ ਜਿਹੜੀ ਆਪਣਾ ਓਲੰਪਿਕਸ ਤੋਂ ਰਿਟਾਇਰਮੈਂਟ ਅਨਾਉਂਸ ਕੀਤੀ ਹੈ। ਸੋ ਇਹ ਹਾਕੀ ਨਾਲ ਐਸੋਸੀਏਟਿਡ ਹੈ। ਸੋ ਦਾ ਆਪਸ਼ਨ ਇਜ਼ ਸੀ। Then next ਹੈ who has been awarded the prestigious Olympic order by International Olympic Committee, ਠੀਕ ਹੈ। ਸੋ ਇਹ ਜਿਹੜਾ ਆ ਇਹ ਅਭਿਨਵ ਬਿੰਦਰਾ ਨੂੰ ਹਾਲ ਹੀ ਦੇ ਵਿੱਚ ਦਿੱਤਾ ਗਿਆ ਆ। ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ। ਨੈਕਸਟ ਆ ਹਾਲ ਹੀ ਦੇ ਵਿੱਚ ਯੂਨੀਅਨ ਬਜਟ 2024-25 ਦੇ ਵਿੱਚ ਟੋਟਲ ਜਿਹੜੇ ਆ 12 ਇੰਡਸਟਰੀਅਲ ਪਾਰਕਸ ਕ੍ਰੀਏਟ ਕਰਨ ਦੀ ਗੱਲ ਕੀਤੀ ਗਈ ਹੈ। ਸੋ ਸਾਡਾ ਆਪਸ਼ਨ ਇਹਦੇ ਵਿੱਚ ਆਏਗਾ ਡੀ। ਨੈਕਸਟ ਹੈ ਸੋ ਇਹ ਯੂਨੀਅਨ ਬਜਟ ਦੇ ਵਿੱਚ ਇੱਕ ਟੈਕਸ ਦੇ ਬਾਰੇ ਜਿਹੜਾ ਸੀਗਾ ਆਇਆ ਸੀਗਾ। ਸੋ ਉਹਦੇ ਬਾਰੇ ਕੁਝ ਸਟੇਟਮੈਂਟਸ ਨੇ, ਆਪਾਂ ਨੇ ਆਇਡੈਂਟੀਫਾਈ ਕਰਨਾ ਹੈ ਕਿ ਕਿਹੜੇ ਟੈਕਸ ਦੀ ਗੱਲ ਹੋ ਰਹੀ ਹੈ। ਸੋ ਇਸ ਟੈਕਸ ਨੂੰ 2012 ਦੇ ਵਿੱਚ ਫਾਈਨਾਂਸ ਐਕਟ ਲਿਆ ਕੇ ਇੰਟਰੋਡਿਊਸ ਕੀਤਾ ਗਿਆ ਸੀਗਾ। ਸੋ ਇਹ ਟੈਕਸ ਦੇ ਵਿੱਚ ਗਵਰਨਮੈਂਟ ਜਿਹੜੀ ਆ ਅਨਲਿਸਟਡ ਕੰਪਨੀਜ਼ ਦੇ ਉੱਤੇ ਜਾਂ ਸਟਾਰਟਅਪਸ ਦੇ ਉੱਤੇ ਇਹ ਟੈਕਸ ਨੂੰ ਇੰਪੋਜ਼ ਕਰਦੀ ਹੈ। ਤੁਹਾਨੂੰ ਕੱਲੀ ਡੈਫੀਨੇਸ਼ਨ ਵੀ ਪੁੱਛੀ ਜਾ ਸਕਦੀ ਹੈ, ਠੀਕ ਹੈ, ਟੈਕਸ ਦਾ ਰੈਫਰੈਂਸ ਦੇ ਕੇ। ਸੋ ਇਹ ਤਾਂ ਇੰਪੋਜ਼ ਕੀਤਾ ਜਾਂਦਾ ਜੇਕਰ ਕੰਪਨੀ ਦੀ ਜਿਹੜੀ ਵੈਲਿਊਏਸ਼ਨ ਆ ਉਹ ਫੇਅਰ ਮਾਰਕੀਟ ਵੈਲਿਊ ਤੋਂ ਐਕਸੀਡ ਕਰ ਜਾਂਦੀ ਆ, ਠੀਕ ਹੈ ਜੀ। ਸੋ ਤੀਸਰੀ ਸਟੇਟਮੈਂਟ ਹੈਗੀ ਕਿ ਯੂਨੀਅਨ ਬਜਟ ਨੇ ਹਾਲ ਹੀ ਦੇ ਵਿੱਚ ਇਹਨੂੰ ਖਤਮ ਕਰਨ ਦੀ ਸੋਚੀ ਹੈ April 1, 2025 ਤੋਂ। ਸੋ ਇਹ ਟੈਕਸ ਹੈਗਾ ਆ ਐਂਜਲ ਟੈਕਸ। ਸੋ ਦਾ ਆਨਸਰ ਇਜ਼ ਆਪਸ਼ਨ ਸੀ। ਨੈਕਸਟ ਆਇਡੈਂਟੀਫਾਈ ਦਾ ਗਰੁੱਪ। ਹੁਣ ਇਹਦੇ ਵਿੱਚ ਗਰੁੱਪ ਆਪਾਂ ਨੇ ਆਇਡੈਂਟੀਫਾਈ ਕਰਨਾ। ਸਾਨੂੰ ਉਸ ਗਰੁੱਪ ਦੇ ਬਾਰੇ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਸੋ ਪਹਿਲੀ ਸਟੇਟਮੈਂਟ ਹੈਗੀ ਹੈ ਕਿ ਸਾਊਦਰਨ ਕਾਮਨ ਮਾਰਕੀਟ ਆ ਲੈਟਿਨ ਅਮਰੀਕਾ ਦੀ। ਇਹਨੂੰ ਅਰਜਨਟਾਈਨਾ, ਬ੍ਰਾਜ਼ੀਲ, ਪੈਰਾਗੁਏ, ਉਰੂਗੁਏ ਨੇ 1991 ਦੇ ਵਿੱਚ ਇਸਟੈਬਲਿਸ਼ ਕੀਤਾ ਸੀ। ਉਸ ਤੋਂ ਬਾਅਦ ਵੈਨੀਜ਼ੁਏਲਾ ਤੇ ਬੋਲੀਵੀਆ ਨੇ ਵੀ ਇਹਨੂੰ ਜੁਆਇਨ ਕੀਤਾ। ਵੈਨੀਜ਼ੁਏਲਾ ਜਿਹੜਾ ਸੀਗਾ ਉਹਨੂੰ 1 ਦਸੰਬਰ 2016 ਤੋਂ ਇਹਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਇਹਦੇ ਵਿੱਚ 4 ਮੈਂਬਰ ਕੰਟਰੀਜ਼ ਜਿਹੜੀਆਂ ਇਨੀਸ਼ੀਅਲੀ ਸੀਗੀਆਂ ਉਹਨਾਂ ਦੇ ਵਿੱਚ ਫ੍ਰੀ ਮੂਵਮੈਂਟ ਆਫ ਗੁੱਡਸ, ਕੈਪੀਟਲ, ਪੀਪਲ ਵਗੈਰਾ ਫੈਸਿਲੀਟੇਟ ਕੀਤਾ ਜਾਂਦਾ ਹੈ। ਤੇ ਬੋਲੀਵੀਆ ਜਿਹੜਾ ਰੀਸੈਂਟਲੀ ਇਹਦਾ ਫੁੱਲ ਟਾਈਮ ਮੈਂਬਰ ਬਣਿਆ, ਜਿਹਦੇ ਕਰਕੇ ਕਰੰਟ ਅਫੇਅਰ ਦੇ ਵਿੱਚ ਕੁਐਸਚਨ ਰਿਹਾ ਆ। ਸੋ ਇਹ ਗਰੁੱਪ ਹੈਗਾ ਜੀ ਮਰਕੋਸੁਰ, ਠੀਕ ਹੈ ਜੀ। ਸੋ ਇਹ ਲੈਟਿਨ ਅਮਰੀਕਾ ਦੇ ਵਿੱਚ ਲੈਟਿਨ ਭਾਸ਼ਾ ਦੇ ਹੀ ਕੋਈ ਇਹਦਾ ਜਿਹੜਾ ਆ ਸਿਗਨੀਫਾਈ ਕਰਦਾ ਮਰਕੋਸੁਰ ਵਰਡ। Next are recently India has launched ambitious technology security initiative TSI. So ਇਹ ਇੰਡੀਆ ਨੇ UK ਦੇ ਨਾਲ ਜਿਹੜਾ ਆ ਲਾਂਚ ਕੀਤਾ ਆ। So the option is A. Next up, which state has launched project Swasth Nagaram? Swasth Nagaram means ਜਿਹੜਾ ਮਤਲਬ ਨਗਰ ਸਵਸਥ ਬਣਾਉਣਾ ਉਹਨੂੰ। ਸੋ ਇਹਦੇ ਵਿੱਚ ਬੇਸਿਕਲੀ ਇਹਨਾਂ ਦਾ ਮੇਨ ਜਿਹੜਾ ਟਾਰਗੇਟ ਹੈਗਾ ਉਹ TB ਫ੍ਰੀ ਮਿਊਨਿਸਪੈਲਿਟੀਜ਼ ਕ੍ਰੀਏਟ ਕਰਨਾ ਹੈ, ਠੀਕ ਹੈ। ਸੋ ਇਹ ਜਿਹੜਾ ਪ੍ਰੋਜੈਕਟ ਆ ਇਹ ਹਾਲ ਹੀ ਦੇ ਵਿੱਚ ਤੇਲੰਗਾਨਾ ਨੇ ਲਾਂਚ ਕੀਤਾ ਆ। ਸੋ ਦਾ ਆਪਸ਼ਨ ਇਜ਼ ਬੀ, ਠੀਕ ਹੈ ਜੀ। ਸੋ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ ਸੋ ਮਚ। ਸੋ ਇਹਦਾ PDF ਲੈ ਕੇ ਤੁਸੀਂ ਇਹਨੂੰ ਜਿਹੜਾ ਆ ਆਪਣੇ ਨੰਬਰਸ ਮੈਨੂੰ ਜ਼ਰੂਰ ਦੱਸਣੇ ਆ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਹਾਡੇ ਕਿੰਨੇ ਨੰਬਰ ਇਹਦੇ ਵਿੱਚੋਂ ਆਏ ਨੇ। ਥੈਂਕ ਯੂ ਸੋ ਮਚ।